ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ ਅਬਾਊਟ ਜੈਤੋ ਮੋਰਚਾ। ਜੈਤੋ ਮੋਰਚਾ ਕਦੋਂ ਵਾਪਰਿਆ, ਜੈਤੋ ਮੋਰਚੇ ਦਾ ਕੰਸੀਕੁਐਂਸਸ ਕੀ ਸੀ ਔਰ ਜੈਤੋ ਮੋਰਚੇ ਨੂੰ ਵਾਪਰਨ ਦੇ ਕਾਰਨ ਕੀ ਸੀ, ਇਹਨਾਂ ਬਾਰੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ। 1923 ਸਨ ਦੇ ਵਿੱਚ ਨਾਭਾ ਰਿਆਸਤ ਦੇ ਉੱਤੇ ਰਾਜਾ ਰਪਦੁਮਨ ਸਿੰਘ ਦਾ ਰਾਜ ਸੀ ਔਰ ਰਾਜਾ ਰਪਦੁਮਨ ਸਿੰਘ ਨੂੰ ਜ਼ਬਰਦਸਤੀ 9 ਜੁਲਾਈ 1923 ਨੂੰ ਅੰਗਰੇਜ਼ ਗਵਰਨਮੈਂਟ ਵੱਲੋਂ ਗੱਦੀ ਤੋਂ ਲਾਹ ਦਿੱਤਾ ਗਿਆ। ਕਿਉਂ ਗੱਦੀ ਤੋਂ ਲਾਇਆ ਗਿਆ? ਇਹਦੇ ਇਹ ਕਾਰਨ ਸੀ ਕਿ ਰਾਜਾ ਰਪਦੁਮਨ ਸਿੰਘ ਪ੍ਰੋ ਅਕਾਲੀ ਸੀ। ਪ੍ਰੋ ਅਕਾਲੀ ਦਾ ਮਤਲਬ ਕਿ 1920 ਦੇ ਵਿੱਚ ਜਦੋਂ ਅਕਾਲੀ ਮੂਵਮੈਂਟ ਸ਼ੁਰੂ ਹੋਈ ਆ, ਫਾਰਮੇਸ਼ਨ ਹੋਈ ਆ SGPC ਦੀ ਔਰ ਅਕਾਲੀ ਦਲ ਦੀ, ਔਰ ਦੋ ਵੱਡੇ ਸਾਕੇ ਵਾਪਰੇ ਆ, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕਾ ਬਾਗ ਦਾ ਸਾਕਾ। ਔਰ ਕਿਉਂਕਿ ਰਾਜਾ ਰਪਦੁਮਨ ਸਿੰਘ ਨੈਸ਼ਨਲਿਸਟ ਲੀਡਰ ਜਿਹੜੇ ਸੀਗੇ ਇੰਡੀਆ ਦੇ, ਉਹਨਾਂ ਦੇ ਨਾਲ ਇਹਨਾਂ ਦਾ ਕਾਫੀ ਤਾਲਮੇਲ ਸੀ ਔਰ ਇਹਨਾਂ ਨੇ ਜੋ ਅਕਾਲੀ ਦਲ ਵੱਲੋਂ ਕਾਲ ਦਿੱਤੀ ਗਈ ਸੀ ਕਿ ਨਨਕਾਣਾ ਸਾਹਿਬ ਦੇ ਸਾਕੇ ਦਾ ਜਾਂ ਗੁਰੂ ਕੇ ਬਾਗ ਮੋਰਚੇ ਦੇ ਸਾਕੇ ਦੇ ਬਾਰੇ ਦੇ ਵਿੱਚ ਆਪਾਂ ਕਾਲੀਆਂ ਦਸਤਾਰਾਂ ਪਹਿਨਣੀਆਂ ਵਾ, ਰੋਸ ਪ੍ਰਦਰਸ਼ਨ ਕਰਦੇ ਆ, ਉਹਨਾਂ ਨੂੰ ਇਹ ਹਿੱਸਾ ਉਹਨਾਂ ਦਾ ਵੱਧ ਚੜ ਕੇ ਹਿੱਸਾ ਲੈਂਦੇ ਸੀ। ਔਰ ਮੋਰਚਾ ਮੀਨਸ ਹੁੰਦਾ ਐਜੀਟੇਸ਼ਨ। ਜੈਤੋ ਦੇ ਵਿੱਚ ਕਿਉਂ ਸਟਾਰਟ ਹੋਇਆ? ਕਿਉਂਕਿ ਜੈਤੋ ਦੇ ਵਿੱਚ 29 ਜੁਲਾਈ 1923 ਨੂੰ ਜਦੋਂ ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਆ ਮਾਸਟਰ ਤਾਰਾ ਸਿੰਘ ਨੇ ਕਿ ਇਹ ਜਿਹੜਾ ਰਾਜ ਗੱਦੀ ਤੋਂ ਲਾਇਆ ਗਿਆ ਰਾਜਾ ਰਪਦੁਮਨ ਸਿੰਘ ਨੂੰ, ਇਹ ਜਸਟ ਲਾਈਕ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਰਾਜਗੱਦੀ ਤੋਂ ਲਾਇਆ ਗਿਆ ਸੀ। ਇਹ ਸਿਰਫ ਉਸ ਤਰ੍ਹਾਂ ਦੀ ਘਟਨਾ ਵਾ। 23 ਅਗਸਤ 1923 ਨੂੰ SGPC ਨੇ ਇੱਕ ਟੈਲੀਗ੍ਰਾਮ ਭੇਜੀ ਗਵਰਨਮੈਂਟ ਆਫ ਇੰਡੀਆ ਨੂੰ, ਜੋ ਉਸ ਵੇਲੇ ਗਵਰਨਮੈਂਟ ਆਫ ਇੰਗਲੈਂਡ ਸੀ। ਉਹਨਾਂ ਨੂੰ ਟੈਲੀਗ੍ਰਾਮ ਭੇਜੀ ਇਹਦੇ ਪ੍ਰੋਟੈਸਟ ਦੇ ਵਿੱਚ। ਔਰ 25 ਅਗਸਤ 1923 ਨੂੰ ਇੱਕ ਦੀਵਾਨ ਹੈਲਡ ਕੀਤਾ ਗਿਆ ਐਟ ਜੈਤੋ ਔਰ ਉਸ ਦੀਵਾਨ ਦੇ ਜਿਹੜੇ ਵੀ ਆਰਗੇਨਾਈਜ਼ਰ ਸੀਗੇ ਉਹਨਾਂ ਸਾਰਿਆਂ ਨੂੰ 27 ਅਗਸਤ ਨੂੰ ਅਰੈਸਟ ਕਰ ਲਿਆ ਗਿਆ। ਕਿਉਂਕਿ ਦੀਵਾਨ ਸ਼ੁਰੂ ਹੋਇਆ ਸੀ, ਦੀਵਾਨ ਹੈਲਡ ਕੀਤਾ ਸੀ ਜੈਤੋ ਦੇ ਵਿੱਚ ਔਰ ਉਹਦੇ ਜਿੰਨੇ ਆਰਗੇਨਾਈਜ਼ਰ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਔਰ ਅਕਾਲੀ ਦਲ ਤੇ ਹੋਰ ਬਾਹਰਲਿਆਂ ਲੋਕਾਂ ਦੀ ਐਂਟਰੀ ਜਿਹੜੀ ਆ ਉਹ ਇੱਥੇ ਜੈਤੋ ਦੇ ਵਿੱਚ ਬੰਦ ਕਰ ਦਿੱਤੀ ਗਈ। ਔਰ ਕਿਉਂਕਿ ਉੱਥੇ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਜਦੋਂ ਦੀਵਾਨ ਚੱਲਿਆ ਔਰ ਉਹ ਅਖੰਡ ਪਾਠ ਫਿਰ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਕਿ ਇਹਨਾਂ ਨੂੰ ਇੱਥੇ ਕੰਟੀਨਿਊ ਹੀ ਰੱਖਿਆ ਜਾਏ। ਉਹਨਾਂ ਦੀ ਕੰਟੀਨਿਊਟੀ ਦੇ ਵਿੱਚ 14 ਸਤੰਬਰ 1923 ਨੂੰ ਅੰਗਰੇਜ਼ ਗਵਰਨਮੈਂਟ ਨੇ ਫੋਰਸੀਬਲੀ ਅਖੰਡ ਪਾਠ ਦੇ ਉੱਤੋਂ ਪਾਠੀ ਸਿੰਘ ਨੂੰ ਗ੍ਰਿਫਤਾਰ ਕਰਕੇ ਇਸ ਅਖੰਡ ਪਾਠ ਚੱਲਦੇ ਹੋਏ ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰ ਦਿੱਤਾ। ਔਰ ਇਸ ਘਟਨਾ ਦਾ ਜੋ 14 ਸਤੰਬਰ 1923 ਨੂੰ ਅਖੰਡ ਪਾਠ ਨੂੰ ਖੰਡਿਤ ਕਰਨ ਦੀ ਘਟਨਾ ਸੀ, ਇਹਦਾ ਬਹੁਤ ਵਿਆਪਕ ਪ੍ਰੋਟੈਸਟ ਹੋਇਆ ਔਰ ਇਹ ਮਸਲਾ ਨਾਲ ਰਪਦੁਮਨ ਸਿੰਘ ਨੂੰ ਗੱਦੀ ਤੇ ਬਿਠਾਉਣ ਦਾ ਮਸਲਾ, ਉਹਦੇ ਵਿੱਚ ਅਖੰਡ ਪਾਠ ਦੇ ਖੰਡਿਤ ਹੋਣ ਦਾ ਮਸਲਾ ਜਿਹੜਾ ਵਾ ਉਹਨੂੰ ਇਹ ਟ੍ਰੀਟ ਕੀਤਾ ਗਿਆ ਕਿ ਸਾਡੀ ਫ੍ਰੀ ਵਰਸ਼ਿਪ ਦਾ ਰਾਈਟ ਜਿਹੜਾ ਉਹਦੇ ਵਿੱਚ ਇੰਟਰਵੈਂਸ਼ਨ ਕੀਤੀ ਗਈ ਆ, ਅਸੀਂ ਉਸ ਰਾਈਟ ਨੂੰ ਦੁਬਾਰਾ ਅਬਟੇਨ ਕਰਨਾ ਵਾ। ਤੇ ਇਸ ਲਈ ਉੱਥੇ ਲਗਾਤਾਰ ਅਖੰਡ ਪਾਠਾਂ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੂੰ ਅਖੰਡ ਪਾਠ ਖੰਡਿਤ ਕਰ ਦਿੱਤੇ, ਅਖੰਡ ਪਾਠ ਨਹੀਂ ਕਰਵਾਉਣ ਦਿੱਤੇ ਗਏ। ਇਸ ਤੋਂ ਬਾਅਦ ਇਹ ਅਖੰਡ ਪਾਠ ਇੱਥੇ ਖੰਡਿਤ ਕਰ ਦਿੱਤਾ ਗਿਆ। ਹੁਣ ਜਥੇ ਪਹਿਲਾਂ ਵੀ ਜਾ ਰਹੇ ਸੀ ਅਕਾਲੀ ਦਲ ਵੱਲੋਂ, ਅਕਾਲੀ ਜਥੇ ਜਾ ਰਹੇ ਸੀਗੇ, ਪਰ 9 ਫਰਵਰੀ 1924 ਨੂੰ ਕਮਾਂਡ ਅਕਾਲ ਤਖਤ ਸਾਹਿਬ ਨੇ ਆਪਣੇ ਹੱਥ 'ਚ ਲੈ ਲਈ ਔਰ 500 ਸਿੰਘਾਂ ਦਾ ਜਥਾ ਜਿਹੜਾ ਵਾ ਉਹ ਭੇਜਣਾ ਸ਼ੁਰੂ ਕਰ ਦਿੱਤਾ। ਜਿਹੜਾ ਇਹ ਪਹਿਲਾ ਜਥਾ ਅਕਾਲ ਤਖਤ ਸਾਹਿਬ ਤੋਂ ਚੱਲਿਆ ਉਹ 9 ਫਰਵਰੀ 1924 ਨੂੰ ਚੱਲ ਕੇ 20 ਫਰਵਰੀ 1924 ਨੂੰ ਬਰਗਾੜੀ ਪਹੁੰਚਿਆ, ਜਿਹੜਾ ਕਿ ਬਰਗਾੜੀ
ਜੈਤੋ ਤੋਂ 10 ਕਿਲੋਮੀਟਰ ਦੀ ਡਿਸਟੈਂਸ ਦੇ ਉੱਤੇ ਆ। ਔਰ ਬਰਗਾੜੀ ਪਹੁੰਚਣ ਤੇ ਇੱਕ ਪਾਸੇ 20 ਫਰਵਰੀ ਨੂੰ ਬਰਗਾੜੀ ਅਕਾਲ ਤਖਤ ਸਾਹਿਬ ਤੋਂ ਚੱਲਿਆ ਹੋਇਆ ਜਥਾ ਪਹੁੰਚਿਆ ਹੋਇਆ, ਦੂਸਰੇ ਪਾਸੇ ਜੈਤੋ ਦੇ ਗੁਰਦੁਆਰਾ ਸਾਹਿਬ ਦੇ 100-150 ਮੀਟਰ ਦੇ ਕੋਲ ਫੋਰਸਸ ਜੋ ਪੰਜਾਬ ਪੁਲਿਸ ਫੋਰਸਸ ਆ, ਉਹ ਭਾਰੀ ਪੁਲਿਸ ਫੋਰਸਸ ਜਿਹੜੀਆਂ ਤੈਨਾਤ ਕਰ ਦਿੱਤੀਆਂ ਗਈਆਂ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਬਰਗਾੜੀ ਤੋਂ ਅੱਗੇ ਨਹੀਂ ਵੱਧ ਸਕਦੇ। ਜਦੋਂ ਇਹ ਹੋਇਆ ਕਿ ਜਥੇ ਨੇ ਰਿਫਿਊਜ਼ ਕਰ ਦਿੱਤਾ ਕਿ ਅਸੀਂ ਤਾਂ ਬਰਗਾੜੀ ਤੋਂ ਜੈਤੋ ਤੱਕ ਦਾ ਮਾਰਚ ਕਰਾਂਗੇ, ਤਾਂ ਉਹਨਾਂ ਦੇ ਉੱਤੇ ਗੋਲੀਆਂ ਦੀ ਵਿਛਾੜ ਕਰ ਦਿੱਤੀ ਗਈ। ਉਸ ਗੋਲੀਆਂ ਦੀ ਵਿਛਾੜ ਦੇ ਵਿੱਚ ਅਫੀਸ਼ੀਅਲ ਅੰਕੜੇ ਆ ਕਿ 19 ਬੰਦੇ ਮਾਰੇ ਗਏ ਔਰ 29 ਬੰਦੇ ਜਿਹੜੇ ਆ ਉਹ ਜ਼ਖਮੀ ਹੋਏ, ਪਰ ਅਨਅਫੀਸ਼ੀਅਲ ਅੰਕੜੇ ਇਸ ਤੋਂ ਬਹੁਤ ਜ਼ਿਆਦਾ ਵਾ। ਔਰ ਦੂਸਰੀ ਗੱਲ ਇੱਥੇ ਦੱਸਣ ਵਾਲੀ ਇਹ ਆ ਕਿ ਜਿੰਨੇ ਵੀ ਇਹ ਜਥੇ ਗ੍ਰਿਫਤਾਰ ਕੀਤੇ ਜਾਂਦੇ ਸੀ, ਉਹਨਾਂ ਨੂੰ ਰੇਲ ਗੱਡੀਆਂ 'ਚ, ਬੱਸਾਂ 'ਚ ਜਾਂ ਜੋ ਹੋਰ ਵੀ ਸਾਧਨ ਸੀਗੇ, ਉਹਨਾਂ 'ਚ ਬਿਠਾ ਕੇ ਦੂਰ ਦਰੇਡੇ ਜੰਗਲਾਂ ਦੇ ਵਿੱਚ ਭੁੱਖੇ ਪਿਆਸੇ ਛੱਡ ਦਿੱਤਾ ਜਾਂਦਾ ਸੀ, ਜਿੱਥੋਂ ਕਈ ਦਿਨ ਉਹਨਾਂ ਨੂੰ ਵਾਪਸ ਪਹੁੰਚਣ ਦੇ ਵਿੱਚ ਲੱਗਦੇ ਸੀ। ਔਰ ਇਸੇ ਇਨਸੀਡੈਂਟ ਦੇ ਵਿੱਚ ਜਿਵੇਂ ਜਥੇ ਨੂੰ ਲੈ ਕੇ ਜਾ ਰਹੇ ਸੀ, ਹਸਨ ਅਬਦਾਲ ਦੇ ਵਿੱਚ ਜਿਹੜਾ ਪੰਜਾ ਸਾਹਿਬ ਕਾਂਡ ਹੋਇਆ, ਜਿਹੜੇ ਟ੍ਰੇਨ ਦੇ ਥੱਲੇ ਆਏ ਸੀ, ਉਹ ਇਸੇ ਜਥੇ ਦੇ ਨੂੰ ਜੰਗਲਾਂ ਦੇ ਵਿੱਚ ਦੂਰ ਤੱਕ ਛੱਡਣ ਲਈ ਜਾ ਰਹੇ ਸੀ। ਉਸੇ ਰੇਲ ਗੱਡੀ ਨੂੰ ਰੋਕ ਕੇ ਯਾਤਰੀਆਂ ਨੂੰ ਜਿਹੜਾ ਚਾਹ ਪਾਣੀ ਦਾ ਲੰਗਰ ਦੀ ਸੇਵਾ ਕਰਨ ਲਈ ਗੱਡੀ ਰੋਕੀ ਗਈ ਸੀ। ਉਹਦੇ ਬਾਰੇ 'ਚ ਆਪਾਂ ਫੇਰ ਵਿਚਾਰ ਕਰਾਂਗੇ। 21 ਫਰਵਰੀ 1924 ਨੂੰ ਇਹ ਇਨਸੀਡੈਂਟ ਹੋਇਆ, ਜਦੋਂ ਇਹ 19 ਬੰਦੇ ਉੱਥੇ ਸ਼ਹੀਦ ਕੀਤੇ ਗਏ, 29 ਬੰਦੇ ਜ਼ਖਮੀ ਹੋ ਗਏ। ਫਿਰ ਪ੍ਰੋਟੈਸਟ ਹੋਰ ਵੱਧ ਗਿਆ। ਪ੍ਰੋਟੈਸਟ ਹੋਰ ਵਧਣ ਦੇ ਨਾਲ ਫਿਰ ਰੈਗੂਲਰਲੀ ਜਥੇ ਜਿਹੜੇ ਆ ਅਕਾਲ ਤਖਤ ਸਾਹਿਬ ਤੋਂ ਭੇਜਣੇ ਸ਼ੁਰੂ ਕਰ ਦਿੱਤੇ ਗਏ। ਤਕਰੀਬਨ 14 ਜਥੇ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਏ ਔਰ ਜਿਹੜੇ ਕਿ ਉੱਥੇ ਪਹੁੰਚਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਜਾਂਦੇ ਸਨ ਔਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਦੂਰ ਦਰੇਡੇ ਛੱਡ ਦਿੱਤਾ ਜਾਂਦਾ ਸੀ, ਜਾਂ ਉਹਨਾਂ ਤੇ ਲਾਠੀ ਚਾਰਜ ਬਹੁਤ ਤਸ਼ੱਦਦ ਹੁੰਦੇ ਸੀ, ਪਰ ਕਿਸੇ ਨੇ ਇਹ ਪ੍ਰੋਟੈਸਟ ਜਿਹੜਾ ਵਾ ਉਹ ਸ਼ਾਂਤਮਈ ਰੱਖਿਆ, ਕਿਸੇ ਨੇ ਵੀ ਕੋਈ ਉਹਦਾ ਜਵਾਬ ਨਹੀਂ ਦਿੱਤਾ। ਔਰ 14 ਜਥਿਆਂ ਤੋਂ ਬਾਅਦ ਗੌਰਮੈਂਟ ਵੀ ਹਿੱਲ ਗਈ ਉਸ ਸਮੇਂ ਦੀ, ਔਰ ਅਖੀਰ ਦੇ ਵਿੱਚ 7 ਜੁਲਾਈ 1925 ਨੂੰ ਇਹਨਾਂ ਨੇ ਗੁਰਦੁਆਰਾ ਐਕਟ ਫਾਰਮ ਕਰ ਦਿੱਤਾ। 7 ਜੁਲਾਈ 1925 ਨੂੰ ਗੁਰਦੁਆਰਾ ਐਕਟ ਫਾਰਮ ਹੋਣ ਦੇ ਨਾਲ ਹੀ ਅਲਾਓ ਕਰ ਦਿੱਤਾ ਕਿ ਜਥੇ ਜਿਹੜੇ ਆ ਉਹ ਜੈਤੋ ਦੇ ਵਿੱਚ ਇੰਟਰ ਕਰ ਸਕਦੇ ਆ ਔਰ ਜੈਤੋ ਦੇ ਵਿੱਚ ਇੰਟਰ ਕਰਕੇ ਆਪਣੀਆਂ ਧਾਰਮਿਕ ਰਸਮਾਂ ਨਿਭਾ ਸਕਦੇ ਆ। ਉਸ ਤੋਂ ਬਾਅਦ ਜਥਾ ਜਾ ਕੇ ਜੈਤੋ ਦੇ ਵਿੱਚ ਹੋਇਆ, ਗੁਰਦੁਆਰਾ ਗੰਗਸਰ ਦੇ ਵਿੱਚ ਅਖੰਡ ਪਾਠ ਸਾਹਿਬ ਰੱਖੇ ਗਏ ਔਰ 101 ਅਖੰਡ ਪਾਠਾਂ ਸਾਹਿਬ ਦੇ ਭੋਗ ਪਾ ਕੇ 6 ਅਗਸਤ 1925 ਨੂੰ ਇਹ ਜਿਹੜਾ ਮੋਰਚਾ ਵਾ ਇਹ ਕੰਪਲੀਟ ਹੋਇਆ। 6 ਅਗਸਤ 1925 ਤੱਕ ਇਸ ਤਰ੍ਹਾਂ ਇਹ ਮੋਰਚਾ ਜਿਹੜਾ 9 ਜੁਲਾਈ 1923 ਤੋਂ ਲੈ ਕੇ 6 ਅਗਸਤ 1925 ਤੱਕ ਚੱਲਿਆ ਔਰ ਜਿਹੜਾ ਸਿੱਖ ਧਰਮ ਦੇ ਵਿੱਚ ਫ੍ਰੀ ਵਰਸ਼ਿਪ ਦਾ ਜਿਹੜਾ ਰਾਈਟ ਆ ਉਹਨੂੰ ਓਬਟੇਨ ਕਰਨ ਲਈ ਇਹ ਮੋਰਚਾ 2 ਸਾਲ ਦੇ ਅਰਸੇ ਤੱਕ ਇਹ ਚੱਲਦਾ ਰਿਹਾ। ਤੋ ਇਹਦੇ ਵਿੱਚ ਆਪਾਂ ਨੂੰ ਜੇ ਐਗਜ਼ਾਮੀਨੇਸ਼ਨ ਆਫ ਪੁਆਇੰਟ ਆਫ ਵਿਊ ਨਾਲ ਵੀ ਦੇਖੀਏ ਤਾਂ ਕਾਫੀ ਜਾਣਕਾਰੀਆਂ ਮਿਲ ਜਾਂਦੀਆਂ ਕਿ ਜੈਤੋ ਦਾ ਮੋਰਚਾ ਹੈ ਕੀ ਆ, ਜੈਤੋ ਦਾ ਮੋਰਚਾ ਸ਼ੁਰੂ ਕਦੋਂ ਹੋਇਆ ਸੀ, ਉਹਦੇ ਵਿੱਚ ਘਟਨਾਵਾਂ ਕੀ ਸੀ, ਉਹਨੂੰ ਸ਼ੁਰੂ ਹੋਣ ਦੇ ਕਾਰਨ ਕੀ ਸੀ ਔਰ ਇਹ ਮੋਰਚਾ ਜਿਹੜਾ ਖਤਮ ਕਦੋਂ ਹੋਇਆ, ਗੁਰਦੁਆਰਾ ਐਕਟ ਕਦੋਂ ਬਣਿਆ। ਪਰ SGPC ਦੀ ਫਾਰਮੇਸ਼ਨ ਕਦੋਂ ਹੋਈ, ਨਨਕਾਣਾ ਸਾਹਿਬ ਦਾ ਸਾਕਾ ਕੀ ਆ, ਗੁਰੂ ਕੇ ਬਾਗ ਮੋਰਚੇ ਦਾ ਸਾਕਾ ਕੀ ਆ ਔਰ ਮਾਸਟਰ ਤਾਰਾ ਸਿੰਘ ਕੌਣ ਸੀ, ਉਹਨਾਂ ਨੇ ਕੀ ਸਟੇਟਮੈਂਟ ਭੇਜੀ ਸੀ ਔਰ ਇਹ ਮੋਰਚਾ ਕਿਹਨਾਂ ਦੀ ਇੰਟਰਵੈਂਸ਼ਨ ਨਾਲ ਖਤਮ ਹੋਇਆ ਸੀ। ਇਹ ਸਾਰੀਆਂ ਗੱਲਾਂ ਦੇ ਜਵਾਬ ਜਿਹੜੇ ਆ ਜਾਂ ਇਹਨਾਂ ਕੁਐਸਚਨਾਂ ਦੇ ਜਵਾਬ ਲੈਣ ਲਈ ਆਪਾਂ ਨੂੰ ਸਾਡੀਆਂ ਅਗਲੀਆਂ ਵੀਡੀਓ ਵੀ ਕੰਟੀਨਿਊਸ ਦੇਖਣੀਆਂ ਚਾਹੀਦੀਆਂ ਔਰ ਜਿਹੜੀਆਂ ਕਿ ਸ਼ਾਰਟ ਅਗਲੇ ਪੀਰੀਅਡ 'ਚ ਆਉਣ ਵਾਲੀਆਂ। ਇਸ ਕਰਕੇ ਤੁਸੀਂ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਾਈਂਡਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ ਵੈਰੀ ਮਚ।